ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਛ ਰੂਪ ਨਹੀਂ ਕਿਛ ਜਾਤ ਨਹੀਂ, ਕਿਛ ਢੰਗ ਨਾ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂ, ਨਾਮ ਜਪਿਆ ਨਾ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤ ਗੁਰ ਕੇਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਾਰੇ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜੋ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਦੇ ਮਨੋਰਥ ਨੂੰ ਸਫਲਾ ਕਰ ਰਹੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਆਪ ਜੀ ਇਸੇ ਤਰ੍ਹਾਂ ਰੋਜ਼ਾਨਾ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰੂ ਦੀ ਬਾਣੀ ਸਤ ਸੰਗਤ ਦੇ ਰੂਪ ਵਿੱਚ ਪੜ੍ਹਨ ਦਾ ਸਦਾ ਹੀ ਮਹਾਰਾਜ ਮਿਹਰ ਭਰਿਆ ਹੱਥ ਰੱਖਣ। ਆਓ ਚੱਲ ਰਹੀ ਲੜੀਵਾਰ ਸ੍ਰੀ ਜਪਜੀ ਸਾਹਿਬ ਜੀ ਦੀਆਂ 12 ਪੌੜੀਆਂ ਦੀ ਵਿਚਾਰ ਸਤਿਗੁਰੂ ਨੇ ਸੇਵਾ ਲਈ ਹੈ। ਆਓ ਅੱਜ 13ਵੀਂ ਪੌੜੀ ਦੀ ਵਿਚਾਰ, ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿੱਧਾਂ ਨਾਲ ਵਿਚਾਰ ਵਟਾਂਦਰੇ ਹੋ ਰਹੇ ਹਨ, ਉਹਨਾਂ ਵਿੱਚ ਜਿਹੜੇ ਉਹਨਾਂ ਦੇ ਸਵਾਲ ਸ਼ੰਕੇ, ਉਹਨਾਂ ਦੇ ਸ਼ੰਕੇ ਸਾਰੇ ਨਿਵਰਤ ਕੀਤੇ ਜਾ ਰਹੇ ਹਨ। ਮੈਂ ਸਮਝਦਾ ਵਾਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਇਤਨਾ ਸਮਾਂ ਸੱਜਣ ਠੱਗ ਨੂੰ, ਇਤਨਾ ਸਮਾਂ ਵਲੀ ਕੰਧਾਰੀ ਨੂੰ, ਕੋਡੇ ਰਾਕਸ਼ ਨੂੰ ਸਿੱਧੇ ਰਾਹ ਪਾਉਣ ਵਿੱਚ ਨਹੀਂ ਲੱਗਿਆ, ਜਿਤਨਾ ਸਮਾਂ ਸਿੱਧਾਂ ਨੂੰ ਸਮਝਾਉਣ ਵਿੱਚ ਲੱਗਿਆ ਹੈ। ਕਿਉਂਕਿ ਜਿਹੜਾ ਅੱਤ ਦਾ ਗਿਆਨੀ ਹੋ ਜਾਏ, ਜਿਹੜਾ ਅੱਤ ਦਾ ਸਮਝਦਾਰ ਹੋ ਜਾਏ, ਉਹਦੇ ਵਾਸਤੇ ਫਿਰ ਮਹਾਰਾਜ ਨੇ ਸਮਾਂ ਵੀ ਲਿਆ। ਸਭ ਤੋਂ ਵੱਡੀ ਬਾਣੀ ਜਿਹੜੀ ਸਿੱਧ ਗੋਸ਼ਟ ਹੈ, ਉਹ ਸਾਰੀ ਵਿਚਾਰ ਵਟਾਂਦਰੇ ਹਨ, ਗੋਸ਼ਟੀ ਹੈ। ਤਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਸਮਾਂ ਜ਼ਿਆਦਾ ਲਾਇਆ, ਕਿਉਂਕਿ ਜਿੰਨਾ ਬੰਦਾ ਗਿਆਨੀ ਹੋ ਜਾਂਦਾ ਹੈ, ਗਿਆਨ ਹੋਵੇ ਪਰ ਐਸਾ ਗਿਆਨ ਨਾ ਹੋਵੇ ਜਿਹੜਾ ਸਿਰ 'ਤੇ ਗਿਆਨ ਚੜ੍ਹ ਜਾਏ, ਭਾਵ ਹਉਮੈ ਦੀ ਬਦਬੂ ਆਵੇ। ਤਾਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਧਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਇਹ ਅਮੋਲਕ ਬਾਣੀ ਸਤਿਗੁਰੂ ਨੇ ਮਨੁੱਖਤਾ ਦੇ ਭਲੇ ਵਾਸਤੇ, ਸਾਰਿਆਂ ਵਾਸਤੇ ਇਹ ਉਚਾਰੀ ਹੈ। ਤਾਂ ਗੁਰੂ ਮਹਾਰਾਜ ਕੀ ਕਹਿ ਰਹੇ ਹਨ, ਇੱਕ ਵਾਰੀ ਰਸਨਾ ਨਾਲ ਸਾਰੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੂੰਹ ਝੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਇਸ ਪੌੜੀ ਦੇ ਅੰਦਰ ਸਮਝਾ ਰਹੇ ਹਨ, ਮੰਨੈ ਸੁਰਤ ਹੋਵੈ ਮਨ ਬੁੱਧ। ਇਹ ਲੜੀਵਾਰ 4 ਪੌੜੀਆਂ ਹਨ, 12, 13, 14 ਤੇ 15 ਨੰਬਰ ਪੌੜੀ।
ਜਿਹੜੀ ਪਹਿਲੀ ਪੌੜੀ ਅਸੀਂ ਸਰਵਣ ਕੀਤੀ ਹੈ ਉਹਦੇ ਵਿੱਚ ਵੀ ਮੰਨੇ ਦੀ ਗੱਲ ਹੈ, ਪਰ ਉੱਥੇ ਮੰਨੇ ਨੂੰ ਨੰਨੇ ਨੂੰ ਲਾਂ ਲੱਗੀ ਹੋਈ ਹੈ, ਉੱਥੇ ਮੰਨੇ ਵੇਂ। ਹੁਣ ਤਿੰਨੋਂ ਪੌੜੀਆਂ ਨੇ ਜਿਹੜੀਆਂ ਉਹ ਮੰਨੈ ਵੇਂ। ਪੜ੍ਹਨ ਵਿੱਚ ਥੋੜ੍ਹਾ ਜਿਹਾ ਇਹ ਦੁਲਾਵਾਂ ਲੱਗੀਆਂ ਹਨ। ਪਹਿਲੀ ਪੌੜੀ ਜਿਹੜੀ ਸੀ ਮੰਨੇ ਕੀ ਗਤ ਕਹੀ ਨਾ ਜਾਏ, ਉਹਦਾ ਭਾਵ ਮੰਨੇ ਤੋਂ ਭਾਵ ਸੀ ਜਿਹਨੇ ਗੁਰੂ ਦੇ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ, ਗੁਰੂ ਉਪਦੇਸ਼ ਨੂੰ ਸੁਣ ਕੇ ਧਿਆਨ ਨਾਲ ਮੰਨ ਲਿਆ। ਤੇ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਅਵਸਥਾ ਨੂੰ ਦੱਸਿਆ ਨਹੀਂ ਜਾ ਸਕਦਾ। ਤੇ ਇਸ ਤੋਂ ਬਾਅਦ ਜਿਹੜੀ ਹੁਣ ਪੌੜੀਆਂ ਆਰੰਭ ਹੋਈਆਂ ਨੇ, ਮਹਾਰਾਜ ਇੱਥੇ ਕਹਿੰਦੇ ਨੇ ਮੰਨੈ। ਜੇ ਕੋਈ ਗੁਰੂ ਦੇ ਉਪਦੇਸ਼ ਨੂੰ ਮੰਨ ਲਵੇਗਾ, ਇੱਥੇ ਜੇ ਲੱਗ ਗਿਆ। ਦੇਖੋ ਪੜ੍ਹਨ ਦੇ ਵਿੱਚ ਵੀ, ਸਾਡੇ ਉਚਾਰਨ ਵਿੱਚ ਵੀ ਭਾਵ ਅਰਥ ਹੀ ਬਦਲ ਜਾਂਦੇ ਹਨ। ਤੇ ਮਹਾਰਾਜ ਕਹਿੰਦੇ ਨੇ ਮੰਨੈ, ਜੇ ਕੋਈ ਗੁਰੂ ਦਾ ਉਪਦੇਸ਼ ਮੰਨ ਲਵੇ ਜਾਂ ਧਿਆਨ ਨਾਲ ਸੁਣ ਕੇ ਸਮਝ ਲੇ। ਦੇਖੋ ਇੱਕ ਤੇ ਹੁੰਦਾ ਸੁਣਨਾ, ਖਾਲੀ ਸੁਣ ਲਿਆ, ਪਿਤਾ ਨੇ ਕਾਰਜ ਕਿਹਾ ਅਸੀਂ ਸੁਣ ਲਿਆ, ਪਰ ਅਸੀਂ ਇੰਪਲੀਮੈਂਟ ਨਹੀਂ ਕੀਤਾ, ਉਸ ਨੂੰ ਅਸੀਂ ਮੰਨਿਆ ਨਹੀਂ, ਤੇ ਉਸ ਸੁਣਨ ਦਾ ਵੀ ਕੋਈ ਲਾਭ ਨਹੀਂ ਹੈ। ਬਾਣੀ ਸੁਣ ਲਈਏ ਪਰ ਜੋ ਗੁਰ ਕਹੈ ਸੋਈ ਭਲ ਮਾਨੇ ਵਾਲੀ ਅਰਸੀ ਅਵਸਥਾ ਵਿੱਚ ਨਾ ਪਹੁੰਚੀਏ, ਫਿਰ ਗੱਲ ਕੰਨ ਦੇ ਰਸ ਤੱਕ ਰਹਿ ਜਾਏਗੀ। ਕੀਰਤਨ ਸੁਣੋ ਜਿਤਨਾ ਹੋ ਸਕਦਾ ਹੈ, ਪਰ ਕੀਰਤਨ ਖਾਲੀ ਕੰਨ ਰਸ ਹੀ ਨਾ ਰਹਿ ਜਾਏ। ਕੀਰਤਨ ਦੇ ਭਾਵ ਅਰਥ ਜੋ ਬਾਣੀ ਕਹਿੰਦੀ ਏ ਉਹ ਅਸੀਂ ਆਪਣੇ ਹਿਰਦੇ ਵਿੱਚ ਵਸਾ ਕੇ ਜੀਵਨ ਵਿੱਚ ਢਾਲੀਏ। ਤਾਂ ਮਹਾਰਾਜ ਕਹਿੰਦੇ ਨੇ ਜਿਹੜਾ ਕੋਈ ਵੀ ਮੰਨੈ, ਜਿਹੜਾ ਕੋਈ ਪਰਮਾਤਮਾ ਦੀ ਗੱਲ ਧਿਆਨ ਨਾਲ ਸੁਣ ਕੇ ਮੰਨ ਲਏਗਾ, ਜੇ ਮੰਨ ਲਏਗਾ ਤੇ ਕੀ ਹੋਵੇਗਾ? ਸੁਰਤ ਹੋਵੇ ਮਨ ਬੁੱਧ, ਉਹਦੀ ਸੁਰਤ ਉੱਚੀ ਹੋ ਜਾਏਗੀ, ਮਤ ਉੱਚੀ, ਮਨ ਉੱਚਾ, ਮਨ ਭਾਵ ਜਾਗ ਜਾਏਗਾ, ਬੁੱਧੀ ਵਿੱਚ ਗਿਆਨ ਹੋ ਜਾਏਗਾ। ਇਹ ਨਾ ਸਾਰੇ ਅੱਖਰ ਸਿੱਧ ਮੰਡਲੀ, ਸਿੱਧ ਲੋਕ ਇਸ ਨੂੰ ਯੂਜ਼ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੇ ਹੀ ਅਕੋਰਡਿੰਗ, ਅੱਗੇ ਵੀ ਚੱਲ ਕੇ ਆਏਗਾ, ਘੜੀਏ ਸੁਰਤ ਮਤ ਮਨ ਬੁੱਧ। ਹਾਲਾਂਕਿ ਇਹਨਾਂ ਸਭਨਾਂ ਦਾ ਅਰਥ ਮਨ ਨੂੰ ਚੇਤਨਤਾ ਤੋਂ ਹੈ, ਮਨ ਨੂੰ ਚੇਤਨਾ ਵਿੱਚ ਲਿਆਉਣਾ ਹੈ। ਭਾਵੇਂ ਮਤਲਬ ਸ਼ਬਦ ਵੱਖਰੇ ਵੱਖਰੇ ਨੇ, ਪਰ ਇਹ ਭਾਵ ਇਹਨਾਂ ਦਾ ਇੱਕੋ ਹੀ ਹੈ। ਸੁਰਤ ਉੱਚੀ ਹੋ ਜਾਏਗੀ। ਜਿਹਦੀ ਸੁਰਤ ਉੱਚੀ, ਜੇ ਪਰਮਾਤਮਾ ਦੀ ਗੱਲ ਨੂੰ ਸੁਣ ਲਏਗਾ, ਉਹ ਫਿਰ ਉਹਦੀ ਸੁਰਤ ਹੈ ਨਾ, ਉਹ ਗੁਰੂ ਮਹਾਰਾਜ ਕਹਿੰਦੇ ਨੇ ਉੱਚੀ ਹੋ ਜਾਏਗੀ। ਸੁਰਤ ਨੀਵੀਂ ਹੋਏ ਤੇ ਖਿਆਲ ਮਾੜੇ ਹੁੰਦੇ ਨੇ। ਸੁਰਤ ਨੀਵੀਂ ਹੋਏ ਤੇ ਕਿਸੇ ਦਾ ਦਿਲ ਦੁਖਾਉਂਦਾ ਹੈ ਬੰਦਾ। ਸੁਰਤ ਨੀਵੀਂ ਹੋਏ ਬੇਈਮਾਨੀ ਵੀ ਕਰਦਾ ਹੈ। ਸੁਰਤ ਨੀਵੀਂ ਹੋਏ ਐਸੇ ਐਸੇ ਭੈੜੇ ਕਾਰਜ, ਜਿਸ ਤਰ੍ਹਾਂ ਬੱਚੀਆਂ ਨੂੰ ਗੋਦ ਵਿੱਚ ਹੀ ਮਾਰ ਦੇਣਾ, ਇਹ ਵੀ ਸੁਰਤ ਨੀਵੀਂ ਦੀ ਨਿਸ਼ਾਨੀ ਹੈ। ਪਰ ਮਹਾਰਾਜ ਕਹਿੰਦੇ ਨੇ ਸੁਰਤ ਤੇਰੀ ਜੇ ਮੰਨ ਲੇਗਾ ਉੱਚੀ ਹੋ ਜਾਏਗੀ। ਕਿਉਂ? ਕਿਉਂਕਿ ਇਸ ਜਿੰਨੀਆਂ ਵੀ ਪੰਕਤੀਆਂ ਨੇ, ਇਹਦਾ ਭਾਵ ਅਰਥ ਅਖੀਰ ਵਿੱਚ ਇਹੀ ਗੱਲ ਸਾਨੂੰ, ਜਿਹੜਾ ਕੇਂਦਰੀ ਭਾਵ ਹੈ, ਉਸ ਨੂੰ ਅਸੀਂ ਨਾਲ ਪਕੜ ਕੇ ਚੱਲੀਏ। ਐਸਾ ਨਾਮ ਨਿਰੰਜਨ ਹੋਏ। ਜਿਹੜਾ ਪ੍ਰਭੂ ਦਾ ਨਿਰੰਜਨ ਕੌਣ ਹੈ? ਅਸੀਂ ਪਿਛਲੀ ਵਾਰੀ ਵਿਚਾਰ ਕੀਤੀ ਸੀ, ਨਿਰਅੰਜਨ। ਅੰਜਨ ਹੁੰਦੀ ਏ ਸੁਰਮਾ, ਜਿਹੜਾ ਅੱਖਾਂ ਵਿੱਚ ਪਾਈਦਾ, ਤੇ ਸੁਰਮਾ ਹੁੰਦਾ ਕਾਲਾ, ਤੇ ਕਾਲਕ ਹੁੰਦੀ ਮਾਇਆ। ਤੇ ਨਿਰਅੰਜਨ ਤੋਂ ਭਾਵ ਹੁੰਦਾ ਹੈ ਕਿ ਕਾਲਕ ਤੋਂ ਰਹਿਤ, ਭਾਵ ਕਿ ਮਾਇਆ ਦੀ ਪਕੜ ਤੋਂ ਰਹਿਤ ਉਹ ਪਰਮਾਤਮਾ ਹੈ। ਉਹਦਾ ਨਾਮ ਜਿਹੜਾ ਮਾਇਆ ਦੀ ਪਕੜ ਤੋਂ ਪਰੇ ਹੈ। ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਨੂੰ ਨੰਨੇ ਨੂੰ ਸਿਹਾਰੀ ਹੈ। ਜੇ ਕੋਈ ਮਨ ਵਿੱਚ ਉਸ ਨੂੰ ਮੰਨਣਾ ਕਰ ਲੇ, ਉਸ ਨਾਮ ਨੂੰ, ਤੇ ਕੀ ਹੋਏਗਾ? ਉਹਦੀ ਸੁਰਤ ਉੱਚੀ ਹੋ ਜਾਏਗੀ। ਤੇ ਜਿਹੜਾ ਸੁੱਤਾ ਮਨ ਹੈ ਨਾ, ਉਹ ਜਾਗ ਪਏਗਾ। ਕਿਆ ਤੂੰ ਸੋਇਆ ਜਾਗ ਆਣਾ, ਤੈ ਜੀਵਨ ਜਗ ਸੱਚ ਕਰ ਜਾਣਾ। ਮਹਾਰਾਜ ਨੇ ਦੇਖੋ ਸਾਨੂੰ ਕੀ ਕਿਹਾ, ਕਿਆ ਤੂੰ ਸੋਇਆ।
ਹੁਣ ਬੰਦਾ ਕਹੇਗਾ ਮੈਂ ਤੇ ਜਾਗ ਰਿਹਾ ਵਾਂ, ਮਹਾਰਾਜ ਮੈਨੂੰ ਸੌਣ ਦੀ ਗੱਲ ਕਹਿ ਰਹੇ ਨੇ, ਤੂੰ ਸੁੱਤਾ ਪਿਆ। ਦਰਅਸਲ ਜਿਹੜਾ ਵੀ ਕੋਈ ਭਾਵੇਂ ਸਰੀਰ ਕਰਕੇ ਜਾਗਿਆ ਹੈ, ਪਰ ਸੁਰਤ ਤੇ ਮਨ ਕਰਕੇ ਸੁੱਤਾ ਪਿਆ ਹੈ। ਮਹਾਰਾਜ ਨੇ ਕਿਹਾ, ਹੇ ਮੂਰਖ ਜਾਗ, ਇਸ ਗਫਲਤ ਦੀ ਨੀਂਦਰ ਤੋਂ ਤੂੰ ਜਾਗ। ਤੂੰ ਜਿਹੜਾ ਸੁੱਤਾ ਪਿਆ ਨਾ, ਤੂੰ ਇਸ ਜੀਵਨ ਨੂੰ ਜਿਹੜਾ ਸੱਚ ਸਮਝ ਰਿਹਾ ਨਾ, ਇਹ ਜਗ ਰਚਨਾ ਸਭ ਝੂਠ ਹੈ। ਸੁੱਤੇ ਮਨ ਨੂੰ ਮਹਾਰਾਜ ਜਗਾ ਰਹੇ ਨੇ। ਦੇਖੋ, ਸਾਡਾ ਇਹ ਨਾ ਸੋਚੋ ਕਿ ਅਸੀਂ ਸੰਸਾਰ ਵਿੱਚ ਦੁਨੀਆ ਨੂੰ ਵੇਖ ਰਹੇ ਹਾਂ ਤੇ ਮਹਾਰਾਜ ਸਭ ਨੂੰ ਕਹਿ ਰਹੇ ਨੇ ਸੁੱਤੇ ਪਏ ਨੇ। ਦਰਅਸਲ ਉਹ ਸੁੱਤੇ ਹੀ ਪਏ ਨੇ। ਜਿਹੜਾ ਵੀ ਕੋਈ ਮਾਇਆ ਦੇ ਨਸ਼ੇ ਵਿੱਚ ਹੈ, ਉਹ ਸੁੱਤਾ ਪਿਆ ਹੈ। ਮਹਾਰਾਜ ਕਹਿੰਦੇ ਨੇ ਨਾ, ਮਨ ਸੋਇਆ ਮਾਇਆ ਬਿਸਮਾਦ। ਮਨ ਨਾ ਮਾਇਆ ਦੇ ਵਿਸਮਾਦ ਵਿੱਚ, ਰਸਾਂ ਵਿੱਚ ਸੁੱਤਾ ਪਿਆ ਹੈ। ਉਹਨੂੰ ਐਸੀ ਨੀਂਦ ਆਈ ਹੈ, ਭਾਵੇਂ ਉਹ ਦੇਖਣ ਨੂੰ ਉੱਠਿਆ ਪਿਆ ਹੈ, ਕਿਉਂਕਿ ਉਹਦੀਆਂ ਜਿਹੜੀਆਂ ਇੰਦਰੀਆਂ ਨੇ ਨਾ, ਉਹ ਸਭ ਸੁੱਤੀਆਂ ਪਈਆਂ ਨੇ। ਦੇਖੋ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਜਿਹੜੀਆਂ ਅੱਖਾਂ ਨੇ ਨਾ, ਉਹ ਸੁੱਤੀਆਂ ਪਈਆਂ ਨੇ। ਕਿਉਂਕਿ ਔਰ ਦੁਨੀਆ ਦੀ ਚਮਕ ਦਮਕ, ਦੁਨੀਆ ਦੀਆਂ ਜਿਹੜੇ ਅੰਦਰ ਵਿਕਾਰ ਅੱਖਾਂ ਰਾਹੀਂ ਵੇਖਦਾ ਹੈ, ਤੇ ਮਹਾਰਾਜ ਕਹਿੰਦੇ ਨੇ ਉਹਨੂੰ ਸਮਝ ਲਓ ਉਹ ਵੀ ਨੀਂਦ ਹੀ ਸੁੱਤਾ ਪਿਆ ਹੈ। ਭਾਵੇਂ ਉਹ ਦੇਖਣ ਵਿੱਚ ਅੱਖਾਂ ਖੁੱਲੀਆਂ ਨੇ। ਜਿਤਨਾ ਗੰਦ ਮੂੰਹ ਨਹੀਂ ਖਾਂਦਾ, ਉਤਨੀਆਂ ਸਾਡੀਆਂ ਅੱਖਾਂ ਖਾ ਜਾਂਦੀਆਂ ਨੇ। ਜੋ ਬਾਹਰ ਗੰਦ ਵੇਖਨੇ ਆ ਅਸੀਂ। ਦੇਖੋ, ਸਾਡੇ ਨਾ ਇਹ 10 ਇੰਦਰੇ ਨੇ, ਸਭ ਦੇ, ਤੁਹਾਡੇ ਸਾਡੇ ਸਭ ਦੇ 10 ਇੰਦਰੇ ਨੇ, ਜਿਨ੍ਹਾਂ ਨੂੰ ਗੁਰਬਾਣੀ ਵੀ ਕਹਿੰਦੀ ਹੈ ਕਿ 5 ਗਿਆਨ ਇੰਦਰੇ ਨੇ ਤੇ 5 ਕਰਮ ਇੰਦਰੇ ਨੇ। ਗਿਆਨ ਇੰਦਰੇ ਤੋਂ ਭਾਵ ਹੁੰਦਾ ਹੈ ਜਿਹਨੂੰ ਵਰਤ ਕੇ ਗਿਆਨ ਹੋ ਜਾਏ। ਤੇ ਇੰਦਰੇ 5 ਕਰਮ ਇੰਦਰੇ ਉਹ ਹੁੰਦੇ ਨੇ ਜੋ ਅਸੀਂ ਕਰਨੇ ਆ, ਉਹ ਸਾਡੇ ਕਰਮ ਬਣ ਜਾਣ। ਉਦਾਹਰਨ ਦੇ ਤੌਰ ਤੇ, ਜਿਸ ਤਰ੍ਹਾਂ ਕਰਮ ਇੰਦਰੇ ਨੇ, ਹੱਥ ਹੋ ਗਿਆ, ਇਹ ਪੈਰ ਹੋ ਗਏ, ਮੂੰਹ ਜ਼ਬਾਨ ਰਸਨਾ ਕਹਿ ਲਓ, ਤੇ ਜਨਨ ਇੰਦਰੀ ਕਹਿ ਲਓ, ਤੇ ਮਲ ਮਦਵਾਰ ਕਹਿ ਲਓ। ਇਹ 5 ਨੇ, ਇਹ ਕਰਮ ਇੰਦਰੇ ਨੇ। ਇਹਨਾਂ ਤੋਂ ਜੋ ਅਸੀਂ ਕਿਰਿਆ ਕਰਨੀ ਹੈ ਨਾ, ਉਹ ਸਾਡੇ ਕਰਮ ਬਣਨੇ ਨੇ। ਹੱਥ ਹੋ ਗਏ, ਹੱਥ ਜੇ ਮਾੜੇ ਬੰਨੇ ਨਾਲ ਕਿਸੇ ਦੀ ਠੱਗੀ ਕਰਨਗੇ, ਬੇਈਮਾਨੀ ਕਰਨਗੇ, ਤੇ ਉਹ ਵੀ ਕਰਮ ਜਿਹੜੇ ਇੰਦਰਾ ਹੈ, ਉਹ ਕਰਮ ਬਣ ਜਾਏਗਾ ਸਾਡਾ। ਜੇ ਇਹਨਾਂ ਹੱਥਾਂ ਨਾਲ ਅਸੀਂ ਜੇ ਮਾੜੇ ਕੰਮ ਕਰਾਂਗੇ, ਕਿਸੇ ਦਾ ਗਲਾ ਘੋਟਾਂਗੇ, ਕਿਸੇ ਨਾਲ ਬੇਈਮਾਨੀ ਕਰਾਂਗੇ, ਕਿਸੇ ਦਾ ਹੱਕ ਪਰਾਏ ਵਾਲੀ ਗੱਲ ਕਰਾਂਗੇ, ਤੇ ਇਹ ਇੰਦਰਾ ਸਾਡਾ ਕਰਮ ਇੰਦਰਾ ਹੈ, ਇਹਦੇ ਨਾਲ ਸਾਡਾ ਕਰਮ ਬਣ ਜਾਏਗਾ। ਪੈਰ ਵੀ ਨੇ, ਜੇ ਮਾੜੇ ਬੰਨੇ ਅਸੀਂ ਚੱਲ ਕੇ ਜਾਵਾਂਗੇ ਤੇ ਉਹ ਵੀ ਸਾਡੇ ਮਾੜੇ ਕਰਮ ਬਣਨਗੇ। ਇਹਨੂੰ ਕਰਮ ਇੰਦਰੇ ਕਹਿੰਦੇ ਨੇ। ਤਾਂ ਹੀ ਮਹਾਰਾਜ ਨੇ ਕਿਹਾ, ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਇਹ ਸਿੱਖਾ, ਤੇਰੇ ਚਰਨ ਜਿੱਥੇ ਜਾਣ, ਉਹ ਗੁਰੂ ਦੇ ਦੁਆਰੇ ਜਾਣ, ਕਿਉਂਕਿ ਇਹਦੇ ਨਾਲ ਤੇਰੇ ਕਰਮ ਬਣਨੇ ਨੇ। ਹੁਣ ਰੱਬ ਨੇ ਨਹੀਂ ਰੋਕਿਆ ਸਾਨੂੰ ਗੁਰੂ ਦੇ ਦੁਆਰੇ ਜਾਣ ਵਾਸਤੇ, ਤੇ ਰੱਬ ਨੇ ਸਾਨੂੰ ਮਾੜੇ ਬੰਨੇ ਜਾਣ ਵਾਸਤੇ ਵੀ ਨਹੀਂ ਰੋਕਿਆ। ਰਸਤਾ ਅਸੀਂ ਚੂਜ਼ ਕਰਨਾ ਹੈ। ਅਸੀਂ ਇਹਨਾਂ ਇੰਦਰਾਂ ਤੋਂ ਕਿਵੇਂ ਵਰਤੋਂ ਕਰਨੀ ਹੈ। ਦੇਖੋ, ਰੱਬ ਨੇ ਕੋਈ ਵੀ ਚੀਜ਼ ਮਾੜੀ ਨਹੀਂ ਬਣਾਈ ਜੀ, ਕੋਈ ਵੀ ਚੀਜ਼। ਰੱਬ ਨੇ ਅੰਗੂਰ ਬਣਾਏ ਨੇ, ਪਰ ਉਹਦੀ ਸ਼ਰਾਬ ਸਾਡੇ ਸ਼ੈਤਾਨੀ ਦਿਮਾਗ ਨੇ ਬਣਾਈ ਹੈ। ਕਿਉਂ? ਕਿਉਂਕਿ ਰੱਬ ਨੇ ਸਾਡੇ ਵਾਸਤੇ 2 ਰਸਤੇ ਰੱਖ ਦਿੱਤੇ ਨੇ, ਇੱਕ ਸਤ ਸੰਗਤ ਦਾ ਤੇ ਇੱਕ ਸੰਗਤ ਦਾ। ਹੁਣ ਅਸੀਂ ਚੂਜ਼ ਕਰਨਾ ਹੈ, ਅਸੀਂ ਇਹਨਾਂ ਇੰਦਰੀਆਂ ਦੀ ਵਰਤੋਂ ਕਿਸ ਹਿਸਾਬ ਨਾਲ ਕਰਨੀ ਹੈ। ਦੇਖੋ, ਮਨ ਨੂੰ ਜੇ ਜਗਾਣਾ ਹੈ
ਤੇ ਇਹਨਾਂ ਦੀ ਵਰਤੋਂ ਤਾਂ ਸਹੀ, ਮੈਂ ਤਾਂ ਇਹਨਾਂ ਦਾ ਜ਼ਿਕਰ ਕਰ ਰਿਹਾ ਹਾਂ। ਮਨ ਦਾ ਸੰਬੰਧ ਇੰਦਰੀਆਂ ਨਾਲ ਹੈ। ਪਹਿਲਾਂ ਕੋਈ ਗੱਲ ਸਾਡੀ ਮਾੜੀ ਪਹਿਲਾਂ ਮਤ ਵਿੱਚ ਆਉਂਦੀ ਹੈ, ਉਹ ਫਿਰ ਮਨ ਵਿੱਚ ਜਾਂਦੀ ਹੈ, ਫਿਰ ਸਾਡਾ ਸਰੀਰ ਹਰਕਤ ਕਰਦਾ ਹੈ। ਤਾਂ ਹੀ ਮਨ ਮਾਰੇ ਨੇ ਕਿਹਾ ਕਿ ਕਿਆ ਤੂੰ ਸੋਇਆ, ਜਾਗ ਇਆਣਾ, ਤੂੰ ਕਿਉਂ ਸੁੱਤਾ ਹੋਇਆ ਹੈ, ਇਹਨਾਂ ਤੋਂ ਜਾਗ ਪੈ। ਜਾਗ ਲਿਓ ਰੇ ਮਨਾ, ਜਾਗ ਲਿਓ, ਕਹਾਂ ਗਾਫਲ ਸੋਇਆ, ਤੂੰ ਕਿੱਥੇ ਸੁੱਤਾ ਪਿਆ ਹੈ। ਇਹਨਾਂ ਇੰਦਰੀਆਂ ਦੀ ਵਰਤੋਂ ਸਹੀ ਕਰ। ਇਹ ਜਿਹੜੀ ਤੇਰੀ ਰਸਨਾ ਹੈ ਨਾ, ਇਹਦੇ ਤੋਂ ਵੀ ਬੋਲ, ਚੰਗੇ ਬੋਲ, ਕੁਬੋਲ ਨਾ ਬੋਲ। ਇਹ ਤੇਰਾ ਕਰਮ ਬਣ ਰਹੇ ਨੇ। ਗੁਰੂ ਸਾਹਿਬ ਨੇ ਕਿੱਥੇ ਵੀ ਮਾੜਾ ਬੋਲ ਨਹੀਂ ਬੋਲਿਆ, ਕੋਈ ਕੜਵਾ ਬੋਲ ਨਹੀਂ ਬੋਲਿਆ। ਕੋੜਾ ਬੋਲ ਨਾ ਜਾਣੈ ਪੂਰਨ ਭਗਵਾਨੇ, ਓਗਣ ਕੋ ਨਾ ਚਿਤਾਰੇ। ਉਹ ਤੇ ਕੋੜਾ ਬੋਲਣਾ ਜਾਣਦਾ ਹੀ ਨਹੀਂ ਹੈ। ਤੇ ਜੇ ਤੂੰ ਗੁਰੂ ਦੇ ਨਾਲ ਲੱਗੇਗਾ ਤੇ ਤੂੰ ਵੀ ਕੂੜਾ ਨਹੀਂ ਬੋਲੇਗਾ, ਤੂੰ ਵੀ ਕਿਸੇ ਦਾ ਮਾੜਾ ਨਹੀਂ ਬੋਲੇਗਾ। ਉਹ ਵੀ ਤੇਰਾ ਇੱਕ ਕਰਮ ਬਣਦਾ ਹੈ। ਕਿਸੇ ਨੂੰ ਮਾੜਾ ਬੋਲੋਗੇ ਤੇ ਫਿਰ ਕੀ ਹੋਏਗਾ? ਉਹ ਫਿਰ ਅੰਦਰ ਕੁੜਤਨ ਹੀ ਪੈਦਾ ਹੋਏਗੀ ਨਾ, ਉਹ ਕਰਮ ਬਣੇਗਾ। ਤੇ ਇਹ ਲਿੰਗ ਔਰ ਗੁੱਦਾ, ਇਹਦਾ ਅਸੀਂ ਵਰਤੋਂ ਸਹੀ ਕਰਾਂਗੇ। ਦੇਖੋ, ਸਾਨੂੰ ਗ੍ਰਸਤ ਜੀਵਨ ਦਿੱਤਾ ਹੈ, ਤਾਂ ਇਹਦੀ ਵਰਤੋਂ ਵੀ ਅਗਰ ਅਸੀਂ ਸਹੀ ਕਰਨੇ ਹਾਂ ਤੇ ਸਾਡੇ ਕਰਮ ਚੰਗੇ ਬਣਨਗੇ। ਕੋਈ ਵੀ ਚੀਜ਼ ਜ਼ਰੂਰਤ ਤੋਂ ਜ਼ਿਆਦਾ ਅਸੀਂ ਯੂਜ਼ ਕਰਾਂਗੇ। ਦੇਖੋ, ਅੰਦਰ ਕਦੀ ਵੀ ਨਾ ਕਹੋ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਨੂੰ ਰੱਬ ਕੱਢ ਦੋ। ਨਹੀਂ, ਜੇ ਕੱਢਨੇ ਹੁੰਦੇ ਤੇ ਰੱਬ ਨੇ ਪਾਉਂਦੇ ਹੀ ਨਾ ਵਿੱਚ। ਇਹਨਾਂ ਤੇ ਕਾਬੂ ਪਾਉਣਾ ਹੈ। ਕ੍ਰੋਧ ਨਾ ਹੋਵੇ, ਕਾਮ ਨਾ ਹੋਵੇ ਤੇ ਇਹ ਸੰਸਾਰ ਚੱਲੇਗਾ ਹੀ ਨਹੀਂ। ਸੰਸਾਰ ਦੀ ਉਤਪਤੀ ਕਿਸ ਤਰ੍ਹਾਂ ਹੋਏਗੀ? ਇਹ ਸਭ ਚੀਜ਼ਾਂ ਇੱਕ ਸੰਯਮ ਵਿੱਚ, ਇੱਕ ਦਾਇਰੇ ਵਿੱਚ, ਇੱਕ ਮਰਿਆਦਾ ਵਿੱਚ ਚੱਲਣਗੀਆਂ ਤੇ ਤਾਂ ਤੇ ਲਾਭ ਹੈ। ਤੇ ਜੇ ਮਰਿਆਦਾ ਤੋਂ ਬਾਹਰ ਹੋ ਜਾਏਗੀ ਤੇ ਫਿਰ ਇਹ ਜਿਤਨੇ ਰੇਪ ਕੇਸ, ਜਿਤਨੇ ਮਰਡਰ, ਹੋਰ ਮਾੜੀਆਂ ਚੀਜ਼ਾਂ ਦੀ ਵਰਤੋਂ ਫਿਰ ਹੁੰਦੀ ਹੈ। ਹੁਣ ਉਦਾਹਰਨ ਦੇ ਤੌਰ ਤੇ ਥੋੜਾ ਹੋਰ ਸੌਖਾ ਲੈ ਲਈਏ। ਤੁਸੀਂ 3 ਪ੍ਰਸ਼ਾਦੇ ਜਾਂ 2 ਛਕਦੇ ਹੋ, 4 ਛਕੋਗੇ, ਜ਼ਰੂਰਤ ਤੋਂ ਜ਼ਿਆਦਾ ਕੀ ਹੋਏਗਾ? ਡਾਈਜੈਸਟ ਸਿਸਟਮ ਖਰਾਬ ਹੋ ਜਾਏਗਾ। ਫਿਰ ਸਾਨੂੰ ਡਾਕਟਰਾਂ ਕੋਲ ਭੱਜਣਾ ਪਏਗਾ। ਫਿਰ ਡਾਕਟਰ ਇਹੀ ਕਹੇਗਾ, ਭਾਈ ਆਪਣੀ ਖੁਰਾਕ ਤੇ ਕੰਟਰੋਲ ਕਰ। ਤਾਂ ਇਹਨਾਂ ਚੀਜ਼ਾਂ ਨੂੰ ਅਸੀਂ ਕੱਢਣਾ ਨਹੀਂ ਹੈ। ਦੇਖੋ, ਬੀਰ ਰਸ ਵੀ ਚਾਹੀਦਾ ਹੈ। ਕ੍ਰੋਧ ਨੂੰ ਅਸੀਂ ਬੀਰ ਰਸ ਵਿੱਚ ਕਨਵਰਟ ਕਰਨਾ ਹੈ। ਮੋਹ ਨੂੰ ਪਿਆਰ ਦੇ ਵਿੱਚ ਕਰਨਾ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਵਸ ਕਰਨਾ ਹੈ। ਇਹਨਾਂ ਨੂੰ ਅਸੀਂ ਇੱਕ ਦਾਇਰੇ ਵਿੱਚ ਲਿਆਉਣਾ ਹੈ। ਜੇ ਕੱਢਣੇ ਹੀ ਹੁੰਦੇ ਤੇ ਗੁਰੂ ਮਹਾਰਾਜ ਪਾਉਂਦੇ ਹੀ ਕਿਉਂ ਇਹਨਾਂ ਦੇ ਵਿੱਚ? ਤਾਂ ਮਹਾਰਾਜ ਕਹਿੰਦੇ ਨੇ, ਇਹ ਜਿਹੜੀਆਂ ਕਰਮ ਇੰਦਰੀਆਂ ਨੇ, ਇਹਨਾਂ ਦੀ ਤੂੰ ਵਰਤੋਂ ਸਹੀ ਕਰ। ਜੇ ਮਨ ਨੂੰ ਜਗਾਣਾ ਹੀ, ਗਿਆਨ ਇੰਦਰੇ, ਜਿਨ੍ਹਾਂ ਨੂੰ ਵੇਖ ਕੇ ਸਾਨੂੰ ਅੱਖਾਂ, ਕਿਸੇ ਨੂੰ ਵੇਖਨੇ ਆ ਸਾਨੂੰ ਗਿਆਨ ਹੁੰਦਾ ਨਾ, ਉਹ ਕਿੰਨਾ ਖੂਬਸੂਰਤ ਹੈ, ਉਹ ਕਿੰਨਾ ਲੰਬਾ ਉੱਚਾ ਹੈ। ਕੰਨ, ਹੁਣ ਅਸੀਂ ਗੁਰੂ ਦੀ ਬਾਣੀ ਸੁਣਨੇ ਆ, ਇਹ ਗਿਆਨ ਇੰਦਰ ਹੈ। ਕੀ ਹੁੰਦਾ ਹੈ? ਸਾਨੂੰ ਗਿਆਨ ਹੁੰਦਾ ਹੈ ਕੰਨ ਤੋਂ ਸੁਣ ਕੇ। ਤੇ ਜੇ ਮਾੜਾ ਸੁਣਾਂਗੇ ਤੇ ਫਿਰ ਮਾੜਾ ਹੀ ਬੋਲਾਂਗੇ। ਤੇ ਫਿਰ ਤੀਜਾ ਹੁੰਦਾ ਨਾਸਕਾ, ਇਹ ਸਾਨੂੰ ਸੁੰਘ ਕੇ ਸਮੈਲ ਦੱਸਦੀ ਹੈ, ਮਾੜੀ ਹੈ ਕਿ ਚੰਗੀ ਹੈ। ਤੁਸੀਂ ਬਦਬੂ ਵਾਲੀ ਜਗ੍ਹਾ ਤੇ ਜਾਓ, ਕੂੜੇ ਤੋਂ, ਢੇਰ ਤੋਂ ਜਾਓ, ਤੇ ਨਾਸਕਾ ਗਿਆਨ ਦਿੰਦੀ ਹੈ ਨਾ ਕਿ ਭਾਈ ਨਾ, ਇੱਥੇ ਕੂੜਾ ਹੀ। ਤੇ ਜਿਹੜੀ ਖੁਸ਼ਬੂ ਹੈ, ਉਹ ਜਿੱਥੇ ਵੀ ਹੋਵੇ ਬੰਦਾ ਹਰ ਕੋਈ ਲੈਣ ਦੀ ਕਰਦਾ ਹੈ। ਇਹਦੀ ਵਰਤੋਂ ਸਹੀ ਹੋਣੀ ਚਾਹੀਦੀ। ਰਸ, ਜਿਹੜੀ ਮੂੰਹ ਹੈ, ਇਹ ਅਸੀਂ ਕੋਈ ਵੀ ਚੀਜ਼ ਖਾਂਦੇ ਹਾਂ। ਦੇਖੋ, ਇਹ 2 ਇੰਦਰੇ ਨੇ, ਇੱਕ ਤੇ ਜ਼ੁਬਾਨ ਦਾ ਕੰਮ ਕਰਦੀ ਹੈ ਤੇ ਇੱਕ ਖਾਣ ਦਾ ਵੀ ਕੰਮ ਕਰਦੀ ਹੈ। ਕੋਈ ਵੀ ਚੀਜ਼ ਅਸੀਂ ਖਾਂਦੇ ਹਾਂ, ਸਾਨੂੰ ਗਿਆਨ ਹੁੰਦਾ ਹੈ, ਇਹ ਮਿੱਠਾ ਹੈ, ਇਹ ਲੂਣਾ ਹੈ, ਇਹ ਫਿੱਕਾ ਹੈ, ਇਹ ਕੌੜਾ ਹੈ। ਕਦੋਂ? ਜਦੋਂ ਅਸੀਂ ਰਸਨਾ ਤੇ ਰੱਖਨੇ ਆ ਕੋਈ ਵੀ ਚੀਜ਼। ਤੁਮਾਰੇ ਨੇ ਕਿਹਾ ਨਾ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ।
ਪਿਆਸ ਨਾ ਜਾਏ ਹੋਰਤ ਕੀਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਸਾਨੂੰ ਗਿਆਨ ਇੰਦਰੇ ਨੇ, ਇੱਕ ਚਮੜੀ ਸਪਰਸ਼ ਕਰਕੇ ਸਾਨੂੰ ਗਿਆਨ ਹੋ ਜਾਂਦਾ ਹੈ। ਤੋ ਮਹਾਰਾਜ ਇੱਥੇ ਸਾਨੂੰ ਇਹ ਕਹਿ ਰਹੇ ਨੇ, ਭਾਈ ਜੇ ਤੂੰ ਆਪਣੇ ਮਨ ਨੂੰ ਜਗਾਉਣਾ ਹੈ ਤੇ ਗੁਰੂ ਦੀ ਗੱਲ ਧਿਆਨ ਨਾਲ ਸੁਣ ਲੈ। ਧਿਆਨ ਨਾਲ ਸੁਣੇਗਾ, ਮਨ ਦੀ ਅਵਸਥਾ ਉੱਚੀ ਹੋ ਜਾਏਗੀ, ਸੁੱਤਾ ਮਨ ਤੇਰਾ ਜਾਗ ਜਾਏਗਾ, ਬੁੱਧੀ ਵਿੱਚ ਗਿਆਨ ਹੋ ਜਾਏਗਾ। ਦੇਖੋ, ਮੈਂ ਨਹੀਂ ਕਹਿ ਰਿਹਾ, ਮਾਰੇ ਕਰੇ ਸਾਰਾ ਸੰਸਾਰ ਹੀ ਸੁੱਤਾ ਹੋਇਆ ਹੈ। ਹੁਣੇ ਪੜ੍ਹ ਕੇ ਆਏ ਆ ਨਾ ਆਨੰਦ ਸਾਹਿਬ, ਅਸੀਂ ਤਤ ਤੇ ਪੜ੍ਹੇ ਹੀ ਨਹੀਂ, ਤਤ ਤੱਕ ਤੇ ਪਹੁੰਚੇ ਹੀ ਨਹੀਂ। ਬੜੀ ਸੋਹਣੀ ਗੱਲ ਮੈਂ ਹੁਣੇ ਹੀ ਭੈਣ ਜੀ ਪੜ੍ਹ ਰਹੇ ਸਨ ਤੇ ਮੈਂ ਕਿਹਾ ਜੇ ਕੰਸੈਪਟ ਨਾਲ ਢੁੱਕ ਵੀ ਰਹੀ ਹੈ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ। ਤਤੈ ਸਾਰ ਨਾ ਜਾਣੀ ਗੁਰੂ ਬਾਝੋ, ਤਤੈ ਸਾਰ ਨਾ ਜਾਣੀ। ਮਹਾਰਾਜ ਕਹਿੰਦੇ ਤੀਹ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਆਣੀ। ਸਾਰਾ ਸੰਸਾਰ, ਕਿਸੇ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਕਿ ਉਹ ਜਾਗ ਰਿਹਾ ਹੈ। ਤੀਹ ਗੁਣੀ ਸੰਸਾਰ, ਤਿੰਨਾਂ ਇਹ ਗੁਣਾਂ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ। ਤੀਹ ਗੁਣੀ ਸੰਸਾਰ ਭ੍ਰਮ ਸੁੱਤਾ, ਭਰਮ ਦੇ ਵਿੱਚ, ਵਹਿਮ ਦੇ ਵਿੱਚ, ਭਰਮ ਦੇ ਵਿੱਚ ਸੁੱਤਾ ਪਿਆ। ਸੁੱਤਿਆਂ ਰਹਿਣ ਵਿਹਾਣੀ, ਸੁੱਤਿਆਂ ਹੀ ਰਾਤ ਰੂਪੀ ਜ਼ਿੰਦਗੀ ਬੀਤੀ ਜਾ ਰਹੀ ਹੈ। ਉੱਠ ਉੱਠ ਫਰੀਦਾ ਉਜੂ ਸਾਰ, ਸੁਬਹ ਨਿਵਾਜ ਗੁਜ਼ਾਰ। ਜੋ ਸਿਰ ਸਾਈਂ ਨਾ ਨੀਵੇਂ, ਸੋ ਸਿਰ ਕੱਪ ਉਤਾਰ। ਸੁੱਤਿਆਂ ਹੀ ਰਹਿਣ, ਮਾਰੇ ਕਹਿੰਦੇ ਸੁੱਤਿਆਂ ਹੀ ਤੇਰੀ, ਇਹ ਤਿੰਨਾਂ ਗੁਣਾਂ ਦੇ ਵਿੱਚ ਸਾਰਾ ਸੰਸਾਰ ਸੁੱਤਾ ਪਿਆ ਹੈ। ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹਨਾਂ ਦੇ ਵਿੱਚ ਹਰ ਕੋਈ ਸੁੱਤਾ ਪਿਆ ਹੈ। ਰਜੋ, ਮਹਾਂਪੁਰਖ ਦੱਸਦੇ ਸਨ ਕਿ ਇਹ ਸਵਾਰਥ ਹੈ। ਰਜੋ ਗੁਣ, ਜਿਸ ਤਰ੍ਹਾਂ ਪੋਲਿਟਿਕਸ ਹੁੰਦੀ ਹੈ ਨਾ, ਉਹਨਾਂ ਦਾ ਸਵਾਰਥ ਹੁੰਦਾ ਹੈ। ਜਦੋਂ ਇਲੈਕਸ਼ਨ ਆਉਣੇ ਹੁੰਦੇ ਨੇ, ਕਿਵੇਂ ਤੁਹਾਡੇ ਘਰਾਂ ਵਿੱਚ ਆ ਕੇ ਹੱਥ ਜੋੜਦੇ ਨੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ। ਦਰਅਸਲ ਉਹ ਹੱਥ ਨਹੀਂ ਜੋੜ ਰਹੇ, ਉਹਨਾਂ ਦਾ ਸਵਾਰਥ ਹੈ। ਫਿਰ ਜਿੱਤ ਜਾਣ, ਫਿਰ 4 ਸਾਲ ਨਜ਼ਰ ਹੀ ਨਹੀਂ ਆਉਣਾ, ਫਿਰ 5ਵੇਂ ਸਾਲ ਆ ਗਏ। ਇਹ ਰਜੋਗੁਣ ਦੇ ਵਿੱਚ ਨੇ। ਜਿਹੜਾ ਬੰਦਾ ਸਵਾਰਥ ਕਰਕੇ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਮੈਂ ਤੁਹਾਡੇ ਨਾਲ ਕਰਨਾ, ਪਿੱਛੇ ਸਵਾਰਥ ਹੈ, ਤੇ ਸਮਝ ਲਓ ਇਹ ਰਜੋਗੁਣ ਦੇ ਵਿੱਚ ਅਸੀਂ ਚੱਲ ਰਹੇ ਹਾਂ। ਕਿ ਮੈਂ ਵੀਰ ਜੀ ਨਾਲ ਲੱਗਾਂਗਾ, ਮੈਨੂੰ ਇਹ ਲਾਭ ਹੋਏਗਾ, ਇਹਦੇ ਨਾਲ ਇਹ ਲਾਭ ਹੋਏਗਾ। ਦੁਨਿਆਵੀ ਲੋਕ ਹਾਂ, ਕਿਸੇ ਨਾਲ ਰਿਸ਼ਤਾ ਬਣਾਉਂਦੇ ਹਾਂ, ਉਹਦੇ ਵਿੱਚੋਂ ਫਾਇਦਾ ਲੱਭਣੇ। ਕੋਈ ਵਿਰਲਾ ਹੀ ਹੁੰਦਾ ਹੈ ਜਿਹੜਾ ਮਨ ਕਰਕੇ ਪਿਆਰ ਕਰਦਾ ਹੈ, ਜਿਹਨੂੰ ਸਵਾਰਥ ਨਹੀਂ ਹੁੰਦਾ। ਤੇ ਇੱਕ ਹੁੰਦਾ ਤਮੋ ਗੁਣ। ਉਹ ਜਿਸ ਤਰ੍ਹਾਂ ਤਮੋ ਹੁੰਦਾ ਹਨੇਰਾ। ਦੂਜਾ ਐਸੇ ਨੇ ਜਿਹੜੇ ਹਨੇਰੇ ਵਿੱਚ ਨੇ, ਉਹ ਨਹੀਂ ਸਮਝ ਰਹੇ। ਉਹ ਬਾਹਰੋਂ ਠੱਗੀਆਂ ਮਾਰ ਕੇ, ਬੋ ਪਰ ਪੰਚ ਕਰ ਪਰ ਧਨ ਲਿਆਵੇ, ਸੁਤਦਾਰਾ ਪੇ ਆਨ ਲੁਟਾਵੇ। ਉਹ ਹਨੇਰੇ ਵਿੱਚ ਨੇ। ਉਹ ਸਮਝਦੇ ਨੇ ਇਹ ਮਾਇਆ ਇਕੱਠੀ ਕਰਕੇ ਅਸੀਂ ਆਪਣੇ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਪਰ ਮਾਰੇ ਕਹਿੰਦੇ ਨੇ ਇਹ ਵੀ ਲੋਕ ਸੁੱਤੇ ਹੋਏ ਨੇ ਮਾਇਆ ਦੇ ਨਸ਼ੇ ਵਿੱਚ। ਬੋਲ ਨਾ ਜਾਣੇ ਮਾਇਆ ਮਦਮਾਤਾ, ਮਰਨਾ ਚੀਤ ਨਾ ਆਵੇ। ਸਤੋ ਗੁਣ, ਕੰਮ ਚੰਗੇ ਕਰਦੇ ਨੇ, ਪਰ ਕਿੱਥੇ ਮੈਂ ਲੱਗੀ ਹੈ। ਮੈਂ ਦਰਬਾਰ ਸਾਹਿਬ ਹਰ ਮਹੀਨੇ ਜਾਣਾ, ਮੈਂ ਤੀਰਥਾਂ ਤੇ ਜ਼ਰੂਰ ਹੀ ਜਾਣਾ ਹੁੰਦਾ, ਮੈਂ ਵਰਤ ਵੀ ਰੱਖਣਾ, ਮੈਂ ਦਾਨ ਵੀ ਦੇਣਾ ਵਾ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹਦੇ ਬਾਬਤ ਗੱਲ ਵੀ ਕਹੀ ਹੈ, ਤੀਰਥ ਵਰਤ ਅਰ ਦਾਨ ਕਰ। ਮਾਰੇ ਕਹਿੰਦੇ ਮਨ ਮੇ ਧਰੇ ਗੁਮਾਨ, ਨਾਨਕ ਨੇਫਲ ਜਾਤ ਹੈ ਜਿਉ ਕੁੰਚਰ ਇਸ਼ਨਾਨ। ਇਹਨੂੰ ਕਹਿੰਦੇ ਨੇ ਸਤੋ ਗੁਣ। ਕੰਮ ਚੰਗੇ ਨੇ, ਪਰ ਮਨ ਦੇ ਵਿੱਚ ਗੁਮਾਨ ਹੈ। ਇਹ ਨਾ ਸੋਚੋ ਕਿ ਜੇ ਵਰਤ ਦੀ ਗੱਲ ਹੈ ਤੇ ਮੈਂ ਨਹੀਂ ਰੱਖਦਾ, ਨਹੀਂ।
जे मैं बाणी पढ़ के मन विच गुमान रखिया होया है कि मेरे वर्गा बाणी पढ़न वाला कोई नहीं, मैं बड़ी शुद्ध बाणी पढ़ना, मैं नितनेमी हाँ, ते महाराज कहते ने जे तू मन विच गुमान रख लिया इस गल दा ही, नानक नेफल जात तै, ये सब कर्म सब नेफल नहीं। ज्यों कुंचर इशनान, कुंचर हाथी हुंदा है, उन्होंने जिन्ना मर्जी वास्ट कर लो, धुआ लो, उन्होंने नहवा लो, वो जांदियां ना फिर कूड़ा चुक के सुंड नाल या घट्टा चुक के फिर सिर ते पा लैंदा है। ਉਹਦਾ इशनान इस तरह का जे, ते साडी हालत भी महाराज इसे तरह ही कह रहे हैं कि जिस तरह हाथी नूं जिन्ना मर्जी सवार लो, पर अखीर वेले जिस टाइम नहा के बाहर आएगा ना, वो फिर कट्टा पा लेगा। असी भी चंगे काम कर रहे हैं, पर जब तक 4-5 नूं 10 ना दईए ना, ते साडे अंदर जिहड़ा वलवला है ना, वो गल किहड़ी भी हो रही होवे, भैन होवे भरा होवे, जी मैं तो सवेरे उठ जाना, अरे भाई तू नहीं उठ रहा, तैनूं गुरु किरपा कर रहा उठ रहा। तो ये तिन्ना गुणां दे विच तिही गुणी संसार भ्रम सुता, सुते पे ने सारे, तिही गुणी संसार भ्रम सुता, सुतियां रहन विहाणी, गुर किरपा ते से जन जागे, जिन्ना हरमन वसिया बोले अंमृत बाणी। पर इन्हां दे विचों ओही जागदे ने जिहड़े अंमृत वेले जाग के मुख तो बोलते ने सतनाम श्री वाहिगुरू। तो महाराज कह रहे ने भाई जे तू परमात्मा की गल मन लई, जे मन लई, तो महाराज कहते मन्ने सुरत होवै मन बुद्ध, तेरा मन जाग पेगा, सुरत तेरी उच्ची हो जाएगी, ते बुद्धि विच ज्ञान आ जाएगा गुरु दा। मन्ने सुरत होवै मन बुद्ध, मन्ने सगल भवन की सुध। जद ज्ञान हो गया, चंगे माड़े की पहचान हो गई, फिर सगल भवन की, सारे भवना की, सारे लोक की सुधि सुध हो जाएगी, तेनों ज्ञान हो जाएगा, तेनों पता लग जाएगा चंगे माड़े दी, तेनों हर एक च रब नजर आएगा। सब में रब रहा प्रभ एक है, पेख पेख नानक बिगसाई, तेनों हुण हर एक चो रब लभन नजर आएगा। ये दृष्टि होंदी है कि दुश्मन दे विचों रब नजर आ जाए, कि हर बंदे नूं ज्ञान इस चीज़ का तद होंदा है जब गुरु किरपा करता है। तुसीं बाबा बुढ़ा जी वाल वेखो, जदों खीरला समा सी गुरु नानक दा शरीर करके, खीरला समा ते गुरु दा है ही नहीं। देखो दो असी गुरपुरब कदी नहीं मनावांगे, एक गुरु नानक पातशाह दा गुरता गद्दी ते एक गुरु ग्रंथ साहब जी दा ज्योति जोत समान दा पूरा ध्यान देना। गुरता गद्दी गुरु नानक नूं धुरों मिली है। देखो हर गुरुआं दे असी गुरता गद्दी मनाने ना, गुरु नानक गुरु वाहिगुरू गुरु अंगद देव महाराज दा, पर गुरु नानक तो आरंभ हुंदा है, असी गुरता गद्दी नहीं मनाई दी। ते जिहड़ा जुगो जुग अटल है गुरु ग्रंथ साहब, उहदा असी कदी ज्योति जोत नहीं, सब गुरुआं दे शरीरिक रूप ते ज्योति जोत समान दा असी पूरा मनाने आ, दिवस मनाने आ। तो महाराज कहंदे ने जे तू मन लवे, तैनूं ये सारे भवनां दा ज्ञान हो जाएगा। बाबा बुढ़ा जी जब गुरु नानक पातशाह दा शरीरिक तौर ते अखीरला समा सी, ते उस वेले दो शरीर रह गए जद महाराज ने धानक रूप धारिया सी, बाबा बुढ़ा जी ते भाई लैणा जी। बाबा बुढ़ा जी ने जद गुरु पातशाह ने कहा तू क्यों नहीं जा रहा बुढ़िया, ते महाराज बाबा बुढ़ा जी ने कहा सी महाराज इन्हां दे सब ने मेरा ते तुसी हो, जा चला जा बुढ़िया चला जा। जे मारे तुसी कह रहे हो मैं चला जाना, पर मैं तुहानू किवें वेख, जदों मैं मन विच होएगा तुहाडे दर्शन करने मैं किवें करांगा। फिर उस वेले गुरु नानक ने जेड़े बचन कहे सी ना कि जा बुढ़िया तेरे तो ओले ना होसा, भाव कि मैं किथे भी होवांगा
ਤੂੰ ਅੰਤਰਯਾਮਤਾ ਦੇ ਨਾਲ, ਸੁਰਤੀ ਦੇ ਨਾਲ ਤੂੰ ਮੇਰੇ ਦਰਸ਼ਨ ਕਰ ਲੇਗਾ। ਕਿੱਥੇ ਇਹ ਪਿਆਰ, ਇਹ ਭਾਵਨਾ ਸਾਡੇ ਚ ਆ ਜਾਏ। ਗੁਰੂ ਅਮਰਦਾਸ ਪਾਤਸ਼ਾਹ ਨੂੰ ਜਦ ਦਾਤੂ ਜੀ ਨੇ ਲੱਤ ਮਾਰੀ ਵੱਖੀ ਵਿੱਚ ਤੇ ਮਹਾਰਾਜ ਚਲੇ ਗਏ ਬਸਰ ਕੇ। ਸੰਗਤਾਂ ਬਹਿਬਲ ਹੋ ਰਹੀਆਂ ਸਨ ਕਿ ਗੁਰੂ ਸਾਹਿਬ ਅਸੀਂ ਤੁਹਾਡੇ ਦਰਸ਼ਨ ਕਰਨੇ ਨੇ ਗੁਰੂ ਦੇ, ਤੇ ਗੁਰੂ ਸਾਹਿਬ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਸਨ। ਉਸ ਵੇਲੇ ਸਾਰੇ ਇਕੱਠੇ ਹੋ ਕੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਬਾਬਾ ਬੁੱਢਾ ਜੀ ਕੋਲ ਗਏ। ਫਿਰ ਉਸ ਵੇਲੇ ਅਰਦਾਸ ਕਰਕੇ ਉਹ ਬਚਨ ਨੂੰ ਕਮਾਇਆ, ਕਿਉਂਕਿ ਅੰਦਰ ਦਿਵਯ ਦ੍ਰਿਸ਼ਟੀ ਸੀ। ਮਹਾਰਾਜ ਫਿਰ ਉਹਨਾਂ ਨੂੰ ਸੰਨ ਸਾਹਿਬ, ਜਿੱਥੇ ਗੁਰਦੁਆਰਾ ਹੈ, ਉੱਥੇ ਲੈ ਗਏ ਤੇ ਮਹਾਰਾਜ ਨੇ ਬਾਹਰ ਤਖਤੀ ਲਿਖ ਕੇ ਲਾਈ ਸੀ, ਕੋਈ ਵੀ ਸਿੱਖ ਇਸ ਦਰਵਾਜ਼ੇ ਤੋਂ ਆਉਣ ਦੀ ਕੋਸ਼ਿਸ਼ ਨਾ ਕਰੇ। ਤੇ ਮਹਾਰਾਜ ਨੇ ਫਿਰ ਉੱਥੇ ਸੰਨ ਲਾ ਕੇ ਉਸ ਤੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲ ਸੰਗਤ ਕੋਲ ਗਏ ਲੈ ਕੇ। ਇਹ ਕੀ ਸੀ? ਮੇਰੇ ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਗੁਰੂ ਦੀ ਗੱਲ ਨੂੰ ਸੁਣ ਕੇ ਧਿਆਨ ਨਾਲ ਮੰਨ ਲਓਗੇ, ਜੇ ਕੋਈ, ਉਹਨੂੰ ਤਿੰਨਾਂ ਲੋਕਾਂ ਦਾ ਗਿਆਨ ਹੋ ਜਾਏਗਾ। ਤੁਸੀਂ ਦ੍ਰਿਸ਼ਟੀ ਦੇ ਨਾਲ ਹਰ ਇੱਕ ਦੇ ਦਰਸ਼ਨ ਕਰ ਸਕਦੇ ਹੋ, ਪਰ ਤਦ ਜਦ ਸਾਰਿਆਂ ਦੇ ਵਿੱਚ ਤੁਹਾਨੂੰ ਨਜ਼ਰ ਆਵੇ। ਤੋ ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਸਗਲ ਭਵਨ ਕੀ ਸੁਧ, ਮੰਨੇ ਮੂੰਹ ਚੋਟਾ ਨਾ ਖਾਏ। ਫਿਰ ਉਹਨੂੰ ਮੂੰਹ ਦੀਆਂ ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਦੇਖੋ, ਚੋਟਾਂ ਉਹਨੂੰ ਹੀ ਪੈਂਦੀਆਂ ਨੇ ਜਿਹੜਾ ਗੁਰੂ ਦੀ ਗੱਲ ਨੂੰ ਨਹੀਂ ਮੰਨਦਾ। ਫਿਰ ਉਹਨਾਂ ਨੂੰ ਜੋ ਜਮ ਆਏ ਕੇਸ ਗੈ ਪਟਕੇ, ਤਾ ਦਿਨ ਕਿਛ ਨਾ ਬਸਾਏਗਾ। ਉਹਨਾਂ ਨੂੰ ਜਮਾਂ ਦੇ ਵਸ ਉਹ ਪੈਂਦੇ ਨੇ ਜਿਹੜੇ ਗੁਰੂ ਦਾ ਕਿਹਾ ਨਹੀਂ ਮੰਨਦੇ, ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ, ਜਿਹੜੇ ਬਾਣੀ ਨਹੀਂ ਪੜ੍ਹਦੇ, ਜਿਹੜੇ ਗੁਰੂ ਤੇ ਅਕੀਦਾ ਨਹੀਂ ਰੱਖਦੇ। ਉਹਨੂੰ ਮਨਮੁਖ ਵੀ ਕਹਿੰਦੇ ਨੇ। ਤਾਂ ਮਾਰੇ ਕਹਿੰਦੇ ਨੇ ਉਹਨਾਂ ਨੂੰ ਮੂੰਹ ਦੀਆਂ ਖਾਣੀਆਂ ਪੈਂਦੀਆਂ ਨੇ। ਮੰਨੇ ਮੂੰਹ ਚੋਟਾ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਉਹਨਾਂ ਨੂੰ ਫਿਰ ਜਮਾਂ ਦਾ, ਜਿਹੜੇ ਮੰਨ ਲੈਣ ਗੱਲ, ਜਮ ਕੇ ਸਾਥ ਨਾ ਜਾਏ, ਤੇ ਮੰਨੇ ਮੂੰਹ ਚੋਟਾਂ ਖਾਏ। ਉਹਨੂੰ ਮੂੰਹ ਦੀਆਂ ਤੇ ਚੋਟਾਂ ਵੀ ਪੈਂਦੀਆਂ ਨੇ। ਦੇਖੋ, ਜੇ ਕਿਸੇ ਦਾ ਕਹਿਣਾ ਪਰਮਾਤਮਾ ਦਾ ਨਹੀਂ ਮੰਨਾਂਗੇ ਤੇ ਸਾਨੂੰ ਮਾਰ ਪੈਣੀ ਪੈਣੀ। ਇਹਦੇ 'ਚ ਮੈਂ ਕਹਿ ਰਿਹਾ, ਮੈਨੂੰ ਵੀ ਪੈਣੀ ਹੈ। ਜਿਹੜਾ ਕੋਈ ਨਹੀਂ ਜਪੇਗਾ ਪਰਮਾਤਮਾ ਦਾ ਨਾਮ, ਉਹਨੂੰ ਵੀ ਪੈਣੀ। ਤੇ ਮਹਾਰਾਜ ਤੇ ਕਹਿੰਦੇ ਨੇ, ਭਾਈ ਤੂੰ ਜਪ ਲੈ, ਮੈਂ ਤੈਨੂੰ ਸਮਝਾ ਰਿਹਾ। ਦੇਖੋ, ਮਹਾਰਾਜ ਕਈਆਂ ਨੂੰ ਧਾਰਨ ਵਾਸਤੇ ਨਾ ਗੁਰੂ ਨਾਨਕ ਪਾਤਸ਼ਾਹ ਘਰ ਘਰ ਗਏ ਨੇ, ਪਰ ਨਾ ਸਮਝੀ ਵਾਲੇ ਨਹੀਂ ਸਮਝੇ। ਇੱਕ ਸੇਠ ਦੇ ਘਰ ਗਏ ਮਹਾਰਾਜ, ਬਜ਼ੁਰਗ ਸੀ, ਪੋਤਰਿਆਂ ਵਾਲਾ ਵੀ ਸੀ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਚੱਲ ਭਾਈ ਤੈਨੂੰ ਮੁਕਤ ਕਰ ਦਿੰਦੇ ਆ। ਮਾਈਕ ਬਿਰਥੀ ਸੀ। ਉਹ ਸੇਠ ਕਹਿੰਦਾ ਮੈਂ ਨਹੀਂ ਜਾਣਾ। ਮਹਾਰਾਜ ਕਹਿੰਦੇ ਚੱਲ ਭਾਈ, ਸਾਰਾ ਕੁਝ ਤੂੰ ਵੇਖ ਲਿਆ, ਪੋਤਰੇ ਤੇਰੇ ਹੋ ਗਏ ਨੇ, ਤੇ ਤੈਨੂੰ ਆ ਲੈ ਚਲੀਏ, ਤੈਨੂੰ ਸਿੱਧਾ ਮੁਕਤ, ਜੀਵਨ ਮੁਕਤ ਕਰ ਦਿੰਦੇ ਆ। ਕਿਉਂਕਿ ਕਰੇਗਾ ਤੇ ਉਹੀ ਜਿਹੜਾ ਆਪ ਮੁਕਤ ਕਰੇ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਕੀ ਕਹਿੰਦਾ ਹੈ? ਕਹਿੰਦਾ ਨਹੀਂ, ਇਤਨੀ ਮਾਇਆ ਹੈ, ਤੁਸੀਂ ਜਾਣ ਦੀ ਗੱਲ ਕਰ ਰਹੇ ਹੋ। ਜੇ ਮੈਂ ਚਲਾ ਗਿਆ ਤੇ ਇਹ ਰਾਤ ਨੂੰ ਖੁੱਲੇ ਦਰਵਾਜ਼ੇ ਰੱਖਦੇ ਨੇ ਘਰ ਦੇ, ਤੇ ਚੋਰ ਆ ਜਾਣ, ਮੈਂ ਰਖਵਾਲੀ ਕਰਨੀ ਹੁੰਦੀ ਹੈ, ਤੁਸੀਂ ਇਹ ਮੈਨੂੰ ਗੱਲਾਂ ਵਿੱਚ ਨਾ ਲਾਓ। ਚਲੇ ਗਏ। ਮਹਾਰਾਜ ਨੂੰ ਬੜਾ ਕਿਹਾ। ਮਹਾਰਾਜ ਨੇ, ਚੱਲ, ਸਾਨੂੰ ਵੀ ਨਾ ਕਈ ਵਾਰੀ ਸਵੇਰੇ ਮਹਾਰਾਜ ਉਠਾਉਂਦੇ ਨੇ, ਤੁਹਾਨੂੰ ਵੀ ਉਠਾਉਂਦੇ ਨੇ 2, 2:30, 3 ਵਜੇ। ਇਹ ਗੱਲ ਵੱਖਰੀ ਹੈ ਕਿ ਅਸੀਂ ਅਵੇਸਲੇ ਹੋ ਕੇ ਫਿਰ ਸੋ ਜਾਈਏ, ਫਿਰ 7 ਵਜੇ ਹੁੰਦੇ ਨੇ। ਇੱਕ ਵਾਰੀ ਹਰ ਇੱਕ ਨੂੰ ਕੋਈ ਜਾਗ ਗੁਰੂ ਸਾਹਿਬ ਆਪ ਉਠਾਉਂਦੇ ਜੇ। ਤੁਸੀਂ ਰੂਟੀਨ ਬਣਾਓ, ਫਿਰ ਗੁਰੂ ਸਾਹਿਬ ਤੁਹਾਨੂੰ ਆਪੇ ਜਗਾਉਣਗੇ ਕਿ ਜਾਗ। ਕਬੀਰ ਸੁੱਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਸਭ ਨੂੰ ਜਗਾਉਂਦਾ ਰੱਬ। ਇਹ ਗੱਲ ਵੱਖਰੀ ਹੈ, ਅਸੀਂ ਨਾ ਜਾਗੀਏ।
ਜਦ ਮਹਾਰਾਜ 4-5 ਸਾਲ ਬਾਅਦ ਗਏ, ਪੋਤਰਾ ਬਾਹਰ ਖੜਾ ਸੀ। ਮਹਾਰਾਜ ਨੇ ਪੁੱਛਿਆ, ਚੱਲ ਕਿੱਧਰ ਨੇ ਤੁਹਾਡੇ ਬੁੱਢੇ ਬਾਬਾ ਜੀ? ਕਹਿੰਦੇ ਨੇ ਉਹ ਤੇ ਪ੍ਰਲੋਕ ਸਿਧਾਰ ਗਏ। ਮਹਾਰਾਜ ਨੇ ਅੰਤਰਜਾਮੀ ਹੋ ਕੇ ਦੇਖਿਆ, ਉਸ ਘਰ ਦੇ ਵਿੱਚ ਜਿਹੜਾ ਬਲਦ ਸੀ ਨਾ, ਉਹ ਬਲਦ ਦੀ ਜੂਨੀ ਵਿੱਚ ਸੀ। ਮੰਨੇ ਮੂੰਹ ਚੋਟਾਂ ਖਾਏ, ਮੰਨੇ ਜੰਮ ਕੇ ਸਾਥ ਨਾ ਜਾਏ। ਮਹਾਰਾਜ ਕਹਿੰਦੇ ਨੇ, ਦੇਖੋ ਮਹਾਰਾਜ ਤੇ ਸਾਨੂੰ ਸਾਡਾ ਭਲਾ ਸੋਚਦੇ ਨੇ। ਮਹਾਰਾਜ ਦਾ ਸਵਾਰਥ ਨਹੀਂ ਹੈ। ਅਸੀਂ ਨਹੀਂ ਜਪਾਂਗੇ, ਆਪਣਾ ਨੁਕਸਾਨ ਹੈ। ਮਹਾਰਾਜ ਦਾ ਸਵਾਰਥ ਨਹੀਂ ਹੈ। ਮਹਾਰਾਜ ਤੇ ਖਲਕਤ ਨੂੰ ਜਗਾਉਣ ਆਏ ਸੀ, ਮਾਰਗ ਦਰਸ਼ਨ ਕਰਾਉਣ ਆਏ ਸੀ, ਪਰ ਅਸੀਂ ਸੁੱਤੇ ਹਾਂ, ਇਹ ਸਾਡਾ ਫਾਲਟ ਹੈ। ਤੇ ਉਹ ਬਲਦ ਦੇ ਮਹਾਰਾਜ ਨੂੰ ਸੁਰਤ ਲਿਆ ਕੇ ਬਲਦ ਦੇ ਕੰਨ ਵਿੱਚ ਕਿਹਾ, ਚੱਲ ਹੁਣ ਹੀ ਲੈ ਚੱਲ ਪੈ, ਹੁਣ ਵੀ ਤੈਨੂੰ ਮੈਂ ਮੁਕਤ ਕਰ ਦਾਂਗਾ। ਦੇਖੋ ਗੁਰੂ ਨਾਨਕ ਬੜਾ ਦਿਆਲੂ ਹੈ, ਉਹ ਅੱਜ ਵੀ ਭਲਾ ਮੰਨਦਾ ਹੈ। ਉਹ ਕਹਿੰਦਾ ਬਲਦ ਦੇ ਰੂਪ ਵਿੱਚ, ਕਹਿੰਦਾ ਸੇਠ, ਕਹਿੰਦਾ ਤੁਸੀਂ ਜਾਣ ਦੀ ਗੱਲ ਕਰ ਰਹੇ ਹੋ, ਮੇਰੇ ਬੱਚੇ ਸ਼ਰਾਬੀ ਕੁਆਬੀ ਨੇ, ਤੇ ਜੇ ਮੈਂ ਘਰ ਦੇ ਬਾਹਰ ਬੰਨਿਆ ਨਹੀਂ ਹੋਵਾਂਗਾ ਤੇ ਇਹਨਾਂ ਨੂੰ ਤੇ ਸਾਰੇ ਕੋਈ ਲੁੱਟ ਪੱਟ ਲੈ ਜਾਣਗੇ, ਮੇਰੇ ਕੋਲੋਂ ਡਰਦੇ ਨੇ ਤਾਂ ਨਹੀਂ ਆਉਂਦੇ। ਮਹਾਰਾਜ ਚਲੇ ਗਏ। ਕੁਝ ਸਮਾਂ ਫੇਰ ਆਏ, ਫੇਰ ਸੱਪ ਬਣਿਆ। ਸੱਪ ਨੂੰ ਵੀ ਮਹਾਰਾਜ ਨੇ ਕਿਹਾ, ਕੁੱਤਾ ਵੀ ਬਣ ਗਿਆ। ਫਿਰ ਸਾਰੀ ਰਾਤ ਭੌਂਕਣਾ। ਫਿਰ ਮਹਾਰਾਜ ਨੇ ਕਿਹਾ, ਬਈ ਚੱਲ ਹੁਣ। ਦੇਖੋ ਮੰਨੇ ਮੂੰਹ ਚੋਟਾਂ ਨੇ, ਕਈ ਸੰਸਥਾਵਾਂ ਨੇ, ਸੰਤ ਸਮਾਜ ਨੇ ਇਹਨੂੰ ਮੂੰਹ ਨੂੰ ਮੋਹ ਵੀ ਕਿਹਾ। ਬਈ ਮੋਹ ਦੇ ਵਿੱਚ ਵੀ ਫਸਿਆ ਬੰਦਾ ਚੋਟਾਂ ਖਾਂਦਾ ਹੈ। ਪਰਿਵਾਰ ਦਾ ਮੋਹ ਸੀ, ਜਿਹੜੀ ਮਾਇਆ ਇਕੱਠੀ ਕੀਤੀ ਹੁੰਦੀ ਹੈ ਨਾ, ਉਹ ਫਿਰ ਸਾਨੂੰ ਤੰਗ ਕਰਦੀ ਹੈ। ਉਹ ਮੋਹ ਦੇ ਵਿੱਚ, ਪਰਿਵਾਰ ਦੇ ਵਿੱਚ ਰਹੋ, ਮਾਇਆ ਜੋੜੋ, ਪਰ ਮੋਹ ਨਾ ਪਾਲੋ। ਹੁਣ ਜਿਹੜੀ ਜੋੜੀ ਮਾਇਆ ਹੈ, ਉਹ ਤੰਗ ਕਰਦੀ ਹੈ। ਉਹ ਕੁੱਤੇ ਨੂੰ ਵੀ ਕਿਹਾ, ਤੇ ਕੁੱਤਾ ਵੀ ਕਹਿੰਦਾ, ਜੀ ਨਹੀਂ, ਮੈਂ ਨਾ ਭੌਂਕਾਂ ਤੇ ਸਾਰਾ ਘਰ ਕੋਈ ਲੁੱਟ ਕੇ ਲੈ ਜਾਏ। ਤੁਸੀਂ ਕਹਿ ਰਹੇ ਹੋ ਜਾਣ ਦੀ ਗੱਲ। ਮਹਾਰਾਜ ਅੱਜ ਕੁੱਤੇ ਦੇ ਰੂਪ ਵਿੱਚ ਜਾ ਕੇ ਉਹਨੂੰ, ਕੁੱਤੇ ਨੂੰ ਵੀ ਠੀਕ ਕਰਨਾ ਚਾਹੁੰਦੇ ਨੇ। ਮੁਕਤੀ, ਕੁੱਤੇ ਦੀ ਮੌਤ ਹੋਈ। ਫਿਰ ਮਰਦਾਨੇ ਨਾਲ ਗਏ 5 ਸਾਲ ਬਾਅਦ, ਤੇ ਮਹਾਰਾਜ ਨੇ ਕਿਹਾ, ਅੱਜ ਤੁਸੀਂ ਸੇਠ ਨੂੰ ਤੁਸੀਂ ਕਿਉਂ ਉਧਾਰਨ ਵਾਸਤੇ ਕਹਿ ਰਹੇ ਹੋ, ਕਿਉਂ ਉਹਦੀ ਮੁਕਤੀ ਚਾਹੁੰਦੇ ਹੋ? ਮਹਾਰਾਜ ਕਹਿੰਦੇ, ਮੈਨੂੰ ਤਰਸ ਆ ਰਿਹਾ ਇਸ ਦੇ। ਇਹ ਮੋਹ ਦਾ ਬੱਧਾ ਮਨੁੱਖ, ਇਹ ਦਰ ਦੀ ਚੋਟਾਂ ਖਾਂਦਾ ਹੈ। ਮਹਾਰਾਜ ਕਹਿੰਦੇ ਨੇ ਨਾ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਹੀ ਪਰੇ ਕੋ ਲੂਝੀ ਹੈ। ਤ੍ਰਿਸ਼ਨਾ ਤੇ ਕਿਸੇ ਦੀ ਵਿਰਲੇ ਦੀ ਬੁੱਝਦੀ ਹੈ। ਉਹਦੇ ਕਰਕੇ ਮੂੰਹ ਚੋਟਾਂ ਖਾਏ ਵਾਲੀ ਗੱਲ ਹੁੰਦੀ ਹੈ। ਮੋਹ ਦੇ ਕਰਕੇ ਵੀ ਚੋਟਾਂ ਸਾਨੂੰ ਖਾਣੀਆਂ ਪੈਂਦੀਆਂ ਨੇ। ਜੇ ਬੱਚੇ ਪਰਿਵਾਰ ਦਿੱਤਾ ਹੈ, ਮਾਇਆ ਧਨ ਦਿੱਤੀ ਹੈ, ਇਸ ਨੂੰ ਗੁਰੂ ਦਾ ਸ਼ੁਕਰ ਸਮਝ ਕੇ ਉਹਦੇ ਵਿੱਚ ਲਿਬੜਨਾ, ਉਸ ਦਾ ਆਨੰਦ ਲੈ। ਤੇ ਜਦ ਵੇਖਿਆ ਤੇ ਮਹਾਰਾਜ ਨੂੰ ਕਿਹਾ ਮਰਦਾਨੇ ਨੇ, ਹੁਣ ਕਿੱਥੇ ਵੇ ਸੇਠ? ਕੁੱਤਾ ਵੀ ਮਰ ਗਿਆ। ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਇਹਦੇ ਘਰ ਦੀ ਜਿਹੜੀ ਨਾਲੀ ਹੈ ਨਾ, ਉਹਦੇ ਵਿੱਚ ਕੀੜਾ ਹੈ। ਇਹ ਵੇ ਸੇਠ। ਮਰਦਾਨਾ ਕੀੜਾ ਲੈ ਕੇ ਹੱਥ ਤੇ ਰੱਖਿਆ, ਸੁਰਤ ਉਹਦੀ ਜਗਾਈ। ਸੇਠ ਨੂੰ ਕਿਹਾ, ਚੱਲ ਹੁਣ ਚੱਲੇਗਾ? ਕਹਿੰਦਾ, ਮਹਾਰਾਜ ਲੈ ਜਾਓ, ਮੈਂ ਬਹੁਤ ਦੁਖੀ ਹੋ ਗਿਆ। ਇਹ ਜੂਨਾਂ ਵਿੱਚ ਭਟਕਦਿਆਂ ਹੋਇਆਂ ਨਾ ਮੈਨੂੰ ਆਏ ਅਨਕ ਜਨਮ ਭ੍ਰਮ ਸਰਨੀ, ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ। ਹੁਣ ਮੈਨੂੰ ਲਾ ਲਓ। ਉਸ ਵੇਲੇ ਫਿਰ ਮਹਾਰਾਜ ਨੇ ਉਸ ਸੇਠ ਨੂੰ ਉਸ ਤੋਂ, ਉਹ ਜੂਨੀ ਤੋਂ ਮੁਕਤ ਕੀਤਾ, ਤੇ ਫਿਰ ਉਹਨੂੰ ਜੀਵਨ ਮੁਕਤ ਕਰ ਦਿੱਤਾ। ਮਹਾਰਾਜ ਕਹਿੰਦੇ ਨੇ, ਜੇ ਤੂੰ ਗੱਲ ਮੰਨ ਲਏਗਾ ਗੁਰੂ ਦੀ, ਤੇ ਮੰਨੇ ਮੂੰਹ ਚੋਟਾਂ ਨਾ ਖਾਏ, ਮੰਨੇ ਜਮ ਕੇ ਸਾਥ ਨਾ ਜਾਏ। ਫਿਰ ਜਮਾਂ ਨਾਲ ਤੇਰਾ ਕੋਈ ਵਾਸਤਾ ਹੀ ਨਹੀਂ ਰਹਿਣਾ। ਫਿਰ ਜਮ ਔਰ ਤੇਰਾ ਸੰਬੰਧ ਕਾਹਦਾ ਰਹਿ ਗਿਆ? ਜਦ ਤੂੰ ਗੁਰੂ ਦੀ ਗੱਲ ਮੰਨ ਲਈ, ਗੁਰੂ ਤੇ ਜਮ ਤੇ ਉਹਨਾਂ ਨੂੰ ਫੜਦੇ ਨੇ ਜਿਹੜੇ ਨਾਮ ਨਹੀਂ ਜਪਦੇ। ਤੂੰ ਗੁਰੂ ਦੀ ਗੱਲ ਮੰਨ ਲਈਏ, ਫਿਰ ਜਮ ਸਾਥ ਨਹੀਂ ਜਾਣਗੇ ਨਾਲ, ਤੇ ਤੇਰੇ ਨਾਲ ਕੋਈ ਵਾਸਤਾ ਨਹੀਂ ਰਹੇਗਾ। ਫਿਰ ਜਮ ਤੈਨੂੰ ਲੈਣ ਨਹੀਂ ਆਉਣਗੇ। ਫਿਰ ਤੇ ਰੇ ਦਰਗੇ ਕਹੇ ਨਾ ਕਹੂ, ਆਓ ਬੈਠ ਆਦਰ ਸ਼ੁਭ ਦੇਵ। ਉਹਦੀ ਤੇ ਦਰਗਾਹ ਦੇ ਵਿੱਚ ਵੀ ਜੈ ਜੈਕਾਰ ਹੁੰਦੀ ਹੈ। ਉਹਨੂੰ ਆਓ ਭਗਤ ਹੁੰਦੀ ਹੈ। ਉਹਨੂੰ ਲਿਆਉਣ ਵਾਸਤੇ ਵੀ ਵਿਵਾਨ ਆਉਂਦੇ ਹਨ। ਉਹਦੇ ਸਤਿਕਾਰ ਦੇ ਨਾਲ ਇਸ ਸੰਸਾਰ ਵਿੱਚੋਂ ਲਿਜਾਇਆ ਜਾਂਦਾ ਹੈ। ਤੇ ਜੇ ਕੋਈ ਮਾੜਾ ਬੰਦਾ ਜਾਂਦਾ ਹੈ, ਤੇ ਉਹ ਫਿਰ ਜਮਾਂ ਦੇ ਵਸ ਹੋ ਕੇ, ਜੇ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਹੁਆ ਸੰਤ, ਜੇ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਾਰਾ, ਜਾਂ ਪਨ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤੇ ਨਾ। ਇਹ ਸਾਰੀਆਂ ਰਸਤਾਂ ਵਿੱਚੋਂ ਨਿਕਲ ਕੇ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ,
ਜੇ ਤੂੰ ਮੇਰੀ ਗੱਲ ਮੰਨ ਲਏਗਾ, ਜੇ ਸੁਣ ਕੇ ਧਿਆਨ ਨਾਲ ਇਸ ਨੂੰ ਇੰਪਲੀਮੈਂਟ ਕਰ ਲਏਗਾ, ਤੂੰ ਜਮਾਂ ਦੇ ਵਸ ਨਹੀਂ ਪਏਗਾ। ਦੇਖੋ ਕਿੰਨਾ ਭਲਾ ਸਾਡੇ ਵਾਸਤੇ ਸੋਚ ਰਹੇ ਨੇ। ਤੋ ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਉਹ ਨਿਰੰਜਨ ਕਾਲਕ ਤੋਂ ਰਹਿਤ ਨਾਮ ਪਰਮਾਤਮਾ ਹੈ, ਜਿਹੜਾ ਉਹਦਾ ਨਾਮ ਹੈ। ਜੇ ਕੋਈ ਮਨ ਵਿੱਚ, ਜੇ ਕੋ ਮਨ ਜਾਣੇ ਮਨ ਕੋਏ, ਮਨ ਵਿੱਚ ਉਸ ਨੂੰ ਮੰਨ ਲਵੇ ਕਿ ਪਰਮਾਤਮਾ ਤੂੰ ਹੀ ਵੱਡਾ ਹੈ, ਤੇਰੇ ਤੋਂ ਇਲਾਵਾ ਕੋਈ ਨਹੀਂ ਹੈ, ਤੇ ਉਹਨੂੰ ਨਾ ਜਮਾ ਦਾ ਡਰ ਰਹੇਗਾ, ਨਾ ਮੂੰਹ ਦੀਆਂ ਖਾਣੀਆਂ ਪੈਣਗੀਆਂ। ਉਹਦੀ ਸੁਰਤ ਉੱਚੀ ਹੋ ਜਾਏਗੀ, ਸੁੱਤਾ ਮਨ ਜਾਗ ਜਾਏਗਾ, ਬੁੱਧੀ ਵਿੱਚ ਗਿਆਨ ਹੋ ਜਾਏਗਾ। ਉਹ ਫਿਰ ਉਹਦੀ ਦਿਵਯ ਦ੍ਰਿਸ਼ਟੀ ਹੋ ਜਾਏਗੀ, ਉਹਨੂੰ ਹਰ ਥਾਂ ਤੇ ਪਰਮਾਤਮਾ ਦਾ ਰੂਪ ਨਜ਼ਰ ਆਏਗਾ। ਤਾਂ ਗੁਰੂ ਮਹਾਰਾਜ ਅੱਜ ਇਸ ਪੌੜੀ ਦੇ ਵਿੱਚ ਸਾਨੂੰ ਇਹ ਦੱਸਣਾ ਚਾਹ ਰਹੇ ਨੇ ਕਿ ਭਾਈ ਉਸ ਪ੍ਰਭੂ ਦੀ ਗੱਲ ਨੂੰ ਮੰਨ ਕੇ ਜੀਵਨ ਵਿੱਚ ਢਾਲ ਲੈ, ਔਰ ਢਾਲੇਗਾ ਤੇਰਾ ਭਲਾ ਹੋਏਗਾ। ਤੇਰਾ ਹੀ ਨਹੀਂ, ਤੇਰੇ ਪਰਿਵਾਰ ਦਾ ਵੀ ਭਲਾ ਹੋਏਗਾ। ਜਿਸ ਸ਼ਹਿਰ ਵਿੱਚ ਤੂੰ ਰਹਿ ਰਿਹਾ ਉਹਦਾ ਵੀ ਭਲਾ ਹੋਇਆ। ਕਬੀਰ ਸੋਈ ਮੁਖ ਧਨ ਹੈ, ਜੇ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏਗੋ ਗ੍ਰਾਮ। ਕਹਿੰਦੇ ਜੇ ਉਹ ਮੁਖ ਧਨ ਨੇ, ਜਿਸ ਮੁਖ ਤੋਂ ਵਾਹਿਗੁਰੂ ਦਾ ਨਾਮ, ਉਸ ਰਾਮ ਦਾ ਨਾਮ ਨਿਕਲਦਾ ਹੈ, ਕਹਿੰਦੇ ਨੇ ਉਹ ਵਿਚਾਰੀ ਦੇਹੀ ਕੀ ਪਵਿੱਤਰ ਹੋਣੀ ਹੈ, ਸਾਰਾ ਗਾਮ ਹੀ, ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਣਾ ਹੈ। ਤੋਂ ਮਹਾਰਾਜ ਸਾਡੇ ਭਲੇ ਵਾਸਤੇ ਇਹ ਸੰਕੇਤ ਦੇ ਰਹੇ ਹਨ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਦਾਸ ਦੀਆਂ ਨੇ, ਖਿਮਾ ਕਰ ਦੇਣਾ। ਬਚਨ ਗੁਰੂ ਦੇ ਨੇ ਹਿਰਦੇ ਵਿੱਚ ਵਸਾਓ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।